ਹਾਰਾਂ ਤੇ ਬਗਾਵਤਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਈਵਨ ਇੱਕ ਸਮਾਂ ਤਾਂ ਇਹੋ ਜਿਹਾ ਆਇਆ ਜਦੋਂ ਉਹਨਾਂ ਨੂੰ ਨਾ ਤਾਂ ਦੇਸ਼ ਚੱਲਣ ਲਈ ਤਿਆਰ ਸੀ ਤੇ ਨਾ ਹੀ ਇੰਗਲੈਂਡ ਰੱਖਣਾ ਚਾਹੁੰਦਾ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਮਹਾਰਾਣੀ ਜਿੰਦਾਂ ਦੀ ਮੌਤ ਦੇ ਕਈ ਸਾਲਾਂ ਬਾਅਦ ਇਸ ਦੀ ਜ਼ਮੀਨੀ ਹਕੀਕਤ ਜਾਣਨ ਲਈ ਇੱਕ ਬੁੱਕ ਲਿਖੀ, ਬਿਰਦਾਂ ਦੇ ਬਿਆਨ। ਇਸ ਨੂੰ ਲਿਖਣ ਸਮੇਂ ਜਦੋਂ ਸੱਚ ਦੀ ਪੜਤਾਲ ਕਰਨ ਲਈ ਉਹਨਾਂ ਨੇ ਉਸ ਸਮੇਂ ਦੇ ਰਿਟਾਇਰ ਫੌਜੀਆਂ ਨਾਲ ਮੁਲਾਕਾਤ ਕੀਤੀ ਤਾਂ ਫੌਜੀਆਂ ਦੇ ਬਿਆਨ ਹੈਰਾਨ ਕਰ ਦੇਣ ਵਾਲੇ ਸਨ। ਉਹਨਾਂ ਦੇ ਸਾਹਮਣੇ ਹਕੀਕਤ ਨੂੰ ਕੁਝ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਸਿੱਖ ਰਾਜ 'ਚ ਹੋਣ ਵਾਲੇ ਹਰ ਮਾੜੇ ਕੰਮ ਲਈ ਉਹ ਮਹਾਰਾਣੀ ਜਿੰਦਾਂ ਨੂੰ ਹੀ ਦੋਸ਼ੀ ਮੰਨਦੇ ਸਨ। ਹਾਲਾਂਕਿ ਕੁਝ ਬਟਾਲੀਅਨ ਅੰਤ ਤੱਕ ਮਹਾਰਾਣੀ ਦੇ ਪੱਖ ਵਿੱਚ ਹੀ ਰਹੀਆਂ, ਪਰ ਬਹੁਤਿਆਂ ਤੱਕ ਤਾਂ ਅਸਲ ਹਕੀਕਤ ਨੂੰ ਪਹੁੰਚਣ ਹੀ ਨਹੀਂ ਦਿੱਤਾ ਗਿਆ। ਹਕੀਕਤ ਦੱਸਣ ਵਾਲੇ ਦੱਸਦੇ ਹਨ ਕਿ ਸੋਨੇ ਦੀਆਂ ਹੱਡੀਆਂ ਚੱਬਣ ਵਾਲੇ ਪਾਲਤੂ ਕੁੱਤਿਆਂ ਵਰਗੇ ਗੱਦਾਰ ਦਰਬਾਰੀਆਂ ਦੀ ਭੀੜ ਵਿੱਚੋਂ ਸਿਰਫ ਇੱਕ ਮਹਾਰਾਣੀ ਜਿੰਦ ਕੌਰ ਹੀ ਮਰਦ ਦਲੇਰਾਂ ਵਰਗਾ ਹੌਸਲਾ ਰੱਖਦੀ ਸੀ। ਸੋ ਅੱਜ ਆਪਾਂ ਇਸ ਵੀਡੀਓ ਵਿੱਚ ਇਸ ਮਹਾਨ ਬੀਬੀ ਸਿੱਖ ਕੌਮ ਦੀ ਅੰਤਿਮ ਮਹਾਰਾਣੀ ਦਾ ਸੱਚਾ ਤੇ ਸਹੀ ਇਤਿਹਾਸ ਜਾਣਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਇਹ ਵੀਡੀਓ ਤੁਹਾਡੇ ਤੱਕ WhatsApp ਜਾਂ ਕਿਸੇ ਹੋਰ ਪਲੇਟਫਾਰਮ ਤੋਂ ਪਹੁੰਚਿਆ ਹੈ ਤਾਂ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਹੋਰ ਸ਼ਾਨਦਾਰ ਵੀਡੀਓਜ਼ ਦੇਖਣ ਲਈ YouTube ਤੇ ਆ ਕੇ ਸਕਸੈਸ ਦਾ ਰਾਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਆਲ ਬਟਨ ਤੇ ਕਲਿੱਕ ਕਰ ਦਿਓ। ਮਹਾਰਾਜਾ ਰਣਜੀਤ ਸਿੰਘ ਦੀਆਂ 16 ਰਾਣੀਆਂ 'ਚੋਂ ਸਿਰਫ ਉਹੀ ਸਨ ਜਿਨ੍ਹਾਂ ਤੋਂ ਅੰਗਰੇਜ਼ ਥਰ-ਥਰ ਕੰਬਦੇ ਸਨ। ਸੰਖੇਪ ਵਿੱਚ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮਰਕ ਬਿਸਤਰ ਤੇ ਪਿਆ ਨੇ ਆਪਣੇ 6 ਪੁੱਤਰਾਂ 'ਚੋਂ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਦਾ ਹੱਥ ਧਿਆਨ ਚੰਦ ਡੋਗਰੇ ਦੇ ਹੱਥ ਵਿੱਚ ਫੜਾ ਕੇ ਉਸ ਨੂੰ ਰਾਜਗੱਦੀ ਦਾ ਵਾਰਿਸ ਘੋਸ਼ਿਤ ਕੀਤਾ ਸੀ। ਪਰ ਡੋਗਰੇ ਤਾਂ ਆਪ ਰਾਜਗੱਦੀ ਦੇ ਮਾਲਕ ਬਣਨ ਨੂੰ ਫਿਰਦੇ ਸਨ, ਪਰ ਉਹਦੇ ਲਈ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪੁੱਤਰਾਂ ਤੇ ਪੋਤਿਆਂ ਨੂੰ ਟਿਕਾਣੇ ਲਾਉਣਾ ਜ਼ਰੂਰੀ ਸੀ। ਇਸੇ ਲਈ ਫਿਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਵਿੱਚ ਕਦੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ ਸੀ, ਉਸੇ ਰਾਜ ਦਰਬਾਰ ਵਿੱਚ ਹੁਣ ਕਤਲਾਂ ਦੀ ਉਹ ਲੜੀ ਸ਼ੁਰੂ ਹੋ ਗਈ ਜਿਹਦਾ ਇਤਿਹਾਸ ਵਿੱਚ ਕੋਈ ਸਾਨੀ ਨਹੀਂ ਮਿਲਦਾ। ਹਰ 4-6 ਮਹੀਨੇ ਬਾਅਦ ਪਹਿਲੇ ਮਹਾਰਾਜੇ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਫਿਰ ਨਵੇਂ ਦਾ ਰਾਜ ਤਿਲਕ ਕਰਕੇ ਉਹਦੇ ਕਤਲ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਜਾਂਦੀ। ਇਸ ਸਾਰੇ ਵਰਤਾਰੇ ਤੇ ਇੱਕ ਡਿਟੇਲ ਵੀਡੀਓ ਆਲਰੇਡੀ ਮੈਂ ਇਸ ਚੈਨਲ ਤੇ ਅਪਲੋਡ ਕਰ ਚੁੱਕਿਆ ਹਾਂ। ਵੱਡੇ ਸਾਰੇ ਪੁੱਤਰ ਪੋਤਿਆਂ ਤੇ ਕਈ ਹੋਰ ਰਾਜ ਪਰਿਵਾਰ ਦੇ ਮੈਂਬਰਾਂ ਨੂੰ ਟਿਕਾਣੇ ਲਾਉਣ ਤੋਂ ਬਾਅਦ ਅਖੀਰ 'ਚ ਵਾਰੀ ਆਈ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ, ਜਿਹਦੀ ਮਾਂ ਸੀ ਮਹਾਰਾਜਾ ਰਣਜੀਤ ਸਿੰਘ ਦੀ ਅਖੀਰਲੀ ਪਤਨੀ ਮਹਾਰਾਣੀ ਜਿੰਦ ਕੌਰ। ਆਪਣੀ ਸੁੰਦਰਤਾ ਤੇ ਪ੍ਰਭਾਵੀ ਸ਼ਖਸੀਅਤ ਕਰਕੇ ਜਿੰਦ ਕੌਰ ਦੀ ਕਿਸਮਤ ਉਦੋਂ ਪਲਟੀ ਜਦੋਂ ਸਰਕਾਰੀ ਕੁੱਤਿਆਂ ਦੇ ਤਬੇਲੇ ਦੇ ਇੰਚਾਰਜ ਸਰਦਾਰ ਮੰਨਾ ਸਿੰਘ ਔਲਖ ਦੀ ਧੀ ਤੋਂ ਰਾਜ ਪਰਿਵਾਰ ਦੀ ਨੂੰਹ ਬਣ ਗਈ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 55 ਸਾਲ ਤੇ ਮਹਾਰਾਣੀ ਜਿੰਦ ਕੌਰ ਦੀ ਉਮਰ 18 ਸਾਲ ਸੀ। ਉੱਤੋਂ ਸੋਨੇ ਤੇ ਸੁਹਾਗਾ ਇਹ ਕਿ ਛੇਤੀ ਹੀ ਪ੍ਰਮਾਤਮਾ ਨੇ ਝੋਲੀ ਵਿੱਚ ਪੁੱਤਰ ਦੀ ਦਾਤ ਪਾ ਦਿੱਤੀ। ਪਰ ਇਸ ਵਿਆਹ ਦਾ ਨੈਗੇਟਿਵ ਪੁਆਇੰਟ ਇਹ ਵੀ ਸੀ ਕਿ ਵੱਡੀ ਉਮਰ ਦੇ ਪਤੀ ਨਾਲ ਵਿਆਹ ਕਰਨ ਤੋਂ ਬਾਅਦ ਸੁੱਖ ਜਿੰਨਾ ਮਰਜ਼ੀ ਮਿਲ ਜਾਵੇ, ਪਰ ਤੀਵੀਂ ਨੂੰ ਉਮਰ ਦੇ ਅਖੀਰਲੇ ਵਰ੍ਹਿਆਂ ਵਿੱਚ ਰੰਡੇਪਾ ਜ਼ਰੂਰ ਭੋਗਣਾ ਪੈਂਦਾ ਹੈ। ਸੋ ਹੁਣ ਕੰਡੀਸ਼ਨ ਇਹ ਹੈ ਕਿ ਮਹਾਰਾਣੀ ਨੂੰ ਪਤਾ ਸੀ ਕਿ ਇਸ ਸਮੇਂ ਰਾਜਗੱਦੀ ਮੇਰੇ ਪੁੱਤਰ ਲਈ ਮੌਤ ਦਾ ਫਰਮਾਨ ਹੈ, ਪਰ ਫਿਰ ਵੀ ਨਾ ਚਾਹੁੰਦੇ ਹੋਏ ਵੀ ਵੱਡਾ ਜਿਗਰਾ ਕਰਕੇ ਜਿੰਦਾਂ ਨੂੰ ਆਪਣੇ ਜਿਗਰ ਦੇ ਟੋਟੇ ਨੂੰ ਤਖਤ ਤੇ ਬਿਠਾਉਣਾ ਪਿਆ। ਪਰ ਮਹਾਰਾਣੀ ਨੇ ਹਾਲਾਤਾਂ ਨੂੰ ਗਲੇ ਲਾ ਮਹਾਰਾਜਾ ਦਲੀਪ ਸਿੰਘ ਦੀ ਕਾਰਜਕਾਰੀ ਬਣ ਕੇ ਰਾਜ ਦੀ ਬਾਗਡੋਰ ਸਾਂਭ ਲਈ। ਹੁਣ ਦਰਬਾਰ ਦੇ ਮੰਤਰੀ ਡੋਗਰੇ ਭਰਾ ਤੇ ਪੰਜਾਬ ਦੀ ਹੱਦ ਦੇ ਪਰਲੇ ਪਾਸੇ ਬੈਠੇ ਗੋਰੇ, ਦੋਵਾਂ ਦੇ ਰਾਹ ਵਿੱਚ ਬਸ ਇੱਕੋ ਰੁਕਾਵਟ ਸੀ, ਮਹਾਰਾਜਾ ਦਲੀਪ ਸਿੰਘ। ਤੇ ਉਹਨਾਂ ਨੂੰ ਪਤਾ ਸੀ ਕਿ ਜਿੰਨਾ ਚਿਰ ਇਹਦੀ ਮਾਂ ਮਹਾਰਾਣੀ ਜਿੰਦ ਕੌਰ ਦੇ ਨਾਲ ਹੈ, ਉਹਨੂੰ ਸਿੱਖਿਆ ਦੇ ਰਹੀ ਹੈ, ਦਲੀਪ ਸਿੰਘ ਨੂੰ ਗੱਦੀ ਤੋਂ ਲਾਇਆ ਜਾਂ ਭਰਮਿਤ ਨਹੀਂ ਕੀਤਾ ਜਾ ਸਕਦਾ। ਸੋ ਅੰਗਰੇਜ਼ਾਂ ਤੇ ਡੋਗਰੇ ਭਰਾਵਾਂ ਨੇ ਰਲ ਕੇ ਇਹਨਾਂ ਮਾਂ ਪੁੱਤਾਂ ਨੂੰ ਅੱਡ ਕਰਨ ਲਈ ਸਾਜ਼ਿਸ਼ ਰਚਦਿਆਂ ਹੌਲੀ-ਹੌਲੀ ਰਾਜ ਦਰਬਾਰ ਦੇ ਸਾਰੇ ਦਰਬਾਰੀਆਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ। ਜਾਣ ਬੁੱਝ ਕੇ ਫੌਜਾਂ ਨੂੰ ਜੰਗਾਂ ਵਿੱਚ ਝੋਕਿਆ ਗਿਆ, ਦੁਸ਼ਮਣ ਨਾਲ ਰਣਨੀਤੀਆਂ ਬਣਾ ਕੇ ਹਜ਼ਾਰਾਂ ਪੁੱਤ ਮਰਾ ਦਿੱਤੇ ਤੇ ਜੰਗਾਂ ਹਰਵਾਈਆਂ ਗਈਆਂ, ਫੌਜ ਵਿੱਚ ਬਗਾਵਤਾਂ ਕਰਵਾਈਆਂ ਗਈਆਂ ਤੇ ਇਹ ਸਾਰੇ ਇਲਜ਼ਾਮ ਮਹਾਰਾਣੀ ਜਿੰਦਾਂ ਤੇ ਮੜ ਦਿੱਤੇ ਗਏ। ਹੁਣ ਇੱਕ ਦਿਨ ਆਪਣੇ ਮਹਿਲ 'ਚ ਬੈਠੀ ਮਹਾਰਾਣੀ ਕੋਲ ਉਹਨਾਂ ਦਾ ਭਰਾ ਸੁਨੇਹਾ ਲੈ ਕੇ ਪਹੁੰਚਦਾ ਹੈ ਕਿ ਮਹਾਰਾਣੀ ਜੀ, ਤੁਹਾਨੂੰ ਲਾਹੌਰ ਛੱਡਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਮਹਾਰਾਣੀ ਹੈਰਾਨ ਹੋ ਕੇ ਪੁੱਛਦੀ ਹੈ ਕਿ ਮੇਰਾ ਪੁੱਤਰ ਮਹਾਰਾਜਾ ਤਾਂ ਹਜੇ ਛੋਟਾ ਹੈ, ਨਾਲੇ ਉਹ ਤਾਂ ਪਰਸੋਂ ਦਾ ਡੋਗਰੇ ਭਰਾਵਾਂ ਨਾਲ ਸ਼ਿਕਾਰ ਖੇਡਣ ਗਿਆ ਹੈ, ਉਹਦੇ ਤੋਂ ਇਲਾਵਾ ਮੈਨੂੰ ਹੁਕਮ ਦੇਣ ਵਾਲਾ ਕੌਣ ਹੋ ਸਕਦਾ ਹੈ। ਭਰਾ ਨੇ ਬੜੇ ਹੀ ਅਫਸੋਸ ਨਾਲ ਨਜ਼ਰਾਂ ਨੀਵੀਆਂ ਕਰਕੇ ਕਿਹਾ ਕਿ ਭੈਣੇ ਮੇਰੀਏ, ਇਹ ਤਾਂ ਹੁਣ ਤੂੰ ਵੀ ਜਾਣਦੀ ਹੈ ਕਿ ਸਾਰਾ ਲਾਹੌਰ ਦਰਬਾਰ ਵਿਕ ਚੁੱਕਿਆ ਹੈ। ਹੁਣ ਹੁਕਮਰਾਨ ਤੇਰਾ ਪੁੱਤ ਨਹੀਂ, ਗੋਰੇ ਹਨ ਤੇ ਉਹਨਾਂ ਨੇ ਹੀ ਦਰਬਾਰ 'ਚੋਂ ਇਹ ਮਤਾ ਪਾਸ ਕਰਵਾਇਆ ਹੈ। ਤੇ ਇੱਕ ਦੁੱਖ ਭਰੀ ਗੱਲ ਤੈਨੂੰ ਹੋਰ ਦੱਸਾਂ ਤਾਂ ਭੈਣੇ, ਤੇਰਾ ਪੁੱਤਰ ਦਲੀਪ ਕੋਈ ਸ਼ਿਕਾਰ ਖੇਡਣ ਨਹੀਂ ਗਿਆ ਹੈ, ਉਹਨੂੰ ਤਾਂ ਡੋਗਰੇ ਇਸ ਲਈ ਲੈ ਗਏ ਹਨ ਤਾਂ ਜੋ ਮਾਂ ਪੁੱਤ ਨੂੰ ਹਮੇਸ਼ਾ ਲਈ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਜਾਵੇ। ਹੁਣ ਤਾਂ ਤੂੰ ਆਪਣੇ ਲਾਡਲੇ ਪੁੱਤਰ ਦਾ ਮੁਖ ਸ਼ਾਇਦ ਹੀ ਦੁਬਾਰਾ ਜ਼ਿੰਦਗੀ 'ਚ ਕਦੀ ਵੇਖ ਸਕੇ।
ਇਹ ਬੋਲ ਸੁਣ ਕੇ ਜਿੰਦਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਦਮੇ ਨਾਲ ਉਸ ਦਾ ਦਿਮਾਗ ਘੁੰਮ ਗਿਆ ਤੇ ਉਹ ਬੇਹੋਸ਼ ਹੋ ਗਈ। ਉਸ ਨੂੰ ਬੇਹੋਸ਼ ਪਈ ਨੂੰ ਹੀ ਪਾਲਕੀ ਵਿੱਚ ਪਾ ਕੇ ਲਾਹੌਰ ਤੋਂ ਲਗਭਗ 2 ਮੀਲ ਦੂਰ ਸੰਮਨ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਇਹ ਕੈਦ ਸਿਰਫ ਕੁਝ ਕੁ ਦਿਨਾਂ ਦਾ ਟ੍ਰਾਇਲ ਸੀ, ਜਨਤਾ ਦਾ ਰਿਐਕਸ਼ਨ ਵੇਖਣ ਲਈ। ਇਸ ਲਈ ਫਿਰ ਨਜ਼ਰਬੰਦ ਮਹਾਰਾਣੀ ਨੂੰ 1.5 ਲੱਖ ਰੁਪਏ ਸਾਲਾਨਾ ਪੈਨਸ਼ਨ ਤੇ 16 ਗੋਲੀਆਂ ਦੇ ਕੇ ਇਹ ਵਿਖਾਵਾ ਕੀਤਾ ਗਿਆ ਕਿ ਅਸੀਂ ਮਹਾਰਾਣੀ ਦੀ ਰਿਸਪੈਕਟ ਤਾਂ ਕਰਦੇ ਹਾਂ, ਪਰ ਰਾਜ ਪ੍ਰਬੰਧ ਦੀ ਚਿੰਤਾ ਕਰਕੇ ਮਜਬੂਰੀ ਵਿੱਚ ਸਾਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ। ਕੋਈ ਵੀ ਸਰਕਾਰ ਵੱਡਾ ਕਦਮ ਚੁੱਕਣ ਲੱਗਿਆ ਪਹਿਲਾਂ ਜਨਤਾ ਦੀ ਰਗ ਟੋਹ ਕੇ ਵੇਖਦੀ ਹੈ। ਤੁਸੀਂ ਕੀ ਸੋਚਦੇ ਹੋ ਕਿ ਇਹ 3 ਕਾਲੇ ਕਾਨੂੰਨ ਲਾਗੂ ਕਰਨ ਦਾ ਫੈਸਲਾ ਸਰਕਾਰ ਨੇ ਰਾਤੋਂ ਰਾਤ ਲੈ ਲਿਆ ਸੀ? ਇਸ ਦੇ ਪਿੱਛੇ ਕਈ ਸਾਲਾਂ ਦੀ ਪਲੈਨਿੰਗ ਸੀ। ਪਹਿਲਾਂ ਗ੍ਰੰਥਾਂ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ, ਬੈਂਕਾਂ ਦੇ ਘੁਟਾਲੇ ਕਰਵਾਏ ਗਏ, GST ਤੇ ਨੋਟਬੰਦੀ ਵਰਗੇ ਛੋਟੇ ਝਟਕੇ ਦਿੱਤੇ ਗਏ। ਜਦੋਂ ਪਤਾ ਲੱਗ ਗਿਆ ਕਿ ਲੱਤਾਂ ਬਾਹਾਂ ਤੇ ਸੱਟਾਂ ਵੱਜਣ ਦੇ ਬਾਅਦ ਵੀ ਕੋਈ ਕੁਝ ਨਹੀਂ ਬੋਲ ਰਿਹਾ, ਸਾਰੇ ਗਹਿਰੀ ਨੀਂਦ ਸੁੱਤੇ ਪਏ ਹਨ। ਸਾਰੀ ਤਸੱਲੀ ਕਰਨ ਤੋਂ ਬਾਅਦ ਸਰਕਾਰ ਨੇ ਸਾਡੀ ਧੌਣ ਤੇ ਵਾਰ ਕੀਤਾ ਹੈ। ਸੋ ਸਾਰੇ ਦਰਬਾਰੀ ਵਿਕ ਚੁੱਕੇ ਸਨ। ਫੌਜ ਤੱਕ ਸਹੀ ਗੱਲ ਪਹੁੰਚ ਨਹੀਂ ਰਹੀ ਸੀ, ਇਸ ਲਈ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਪਰ ਉਹਨਾਂ ਮਹਾਰਾਣੀ ਨੂੰ ਦਿਖਾ ਦਿੱਤਾ ਸੀ ਕਿ ਹੁਣ ਬੌਸ ਕੌਣ ਹੈ। ਜਦੋਂ ਕਿਸੇ ਨੇ ਕੋਈ ਖਾਸ ਰਿਐਕਸ਼ਨ ਨਹੀਂ ਕੀਤਾ ਤਾਂ ਨੈਕਸਟ ਸਟੈਪ ਕੋਈ 10 ਦਿਨਾਂ ਬਾਅਦ ਮਹਾਰਾਣੀ ਨੂੰ 30 ਮੀਲ ਦੂਰ ਸ਼ੇਖੋਪੁਰੇ ਦੇ ਕਿਲੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਲਜ਼ਾਮ ਇਹ ਲਾਇਆ ਗਿਆ ਕਿ ਇੱਥੇ ਰਹਿੰਦਿਆਂ ਵੀ ਚੋਰੀ ਛਿਪੇ ਰਾਣੀ ਦੀਆਂ ਚਿੱਠੀਆਂ ਉਹਦੇ ਸਾਥੀਆਂ ਤੱਕ ਪਹੁੰਚ ਰਹੀਆਂ ਹਨ ਤੇ ਇਹ ਰਾਜ ਦੀ ਸੁਰੱਖਿਆ ਲਈ ਠੀਕ ਨਹੀਂ ਹੈ। ਇੱਥੇ ਇੱਕ ਮੰਦਭਾਗੀ ਘਟਨਾ ਹੋਰ ਵਾਪਰੀ। ਜਿੰਦਾ ਭਾਵੇਂ ਕੈਦ ਵਿੱਚ ਸੀ, ਪਰ ਉਹਦੇ ਹੌਸਲੇ ਹਜੇ ਵੀ ਮਹਾਰਾਣੀਆਂ ਵਰਗੇ ਸਨ। ਪਹਿਰੇਦਾਰ ਦੱਸਦੇ ਸਨ ਕਿ ਉਹ ਹਜੇ ਵੀ ਰਾਜ ਵਾਪਸ ਲੈਣ ਦੀਆਂ ਤੇ ਇੱਥੋਂ ਆਜ਼ਾਦ ਹੋਣ ਦੀਆਂ ਪਲੈਨਿੰਗਾਂ ਬਣਾਉਂਦੀ ਰਹਿੰਦੀ ਸੀ। ਸੋ ਉਸ ਨੂੰ ਮੈਂਟਲੀ ਟੌਰਚਰ ਕਰਨ ਲਈ ਸਾਰੀਆਂ ਗੋਲੀਆਂ ਦੇ ਸਾਹਮਣੇ ਐਂਜਲ ਤੇ ਸਪੈਨਲੀ ਨਾਮ ਦੀਆਂ 2 ਗੋਰੀਆਂ ਨੇ ਨਿਰਵਸਤਰ ਕਰਕੇ ਮਹਾਰਾਣੀ ਦੀ ਤਲਾਸ਼ੀ ਲਈ। 1,44,000 ਮੁਰੱਬਾ ਮੀਲ ਦੀ ਮਾਲਕ, 3 ਕਰੋੜ ਜਨਤਾ ਦੀ ਹੁਕਮਰਾਨ ਅੱਜ ਸਭ ਦੇ ਸਾਹਮਣੇ ਬਿਨਾਂ ਵਸਤਰਾਂ ਤੋਂ ਖੜੀ ਸੀ। ਇਸ ਤਰ੍ਹਾਂ ਵਾਰ-ਵਾਰ ਕਈ ਯਤਨਾਂ ਨਾਲ ਮਹਾਰਾਣੀ ਦਾ ਮਨੋਬਲ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਪਹਾੜ ਜਿੱਡੇ ਜੇਰੇ ਵਾਲੀ ਮਹਾਰਾਣੀ ਅਜੇ ਵੀ ਅਡੋਲ ਖੜੀ ਸੀ। ਉਸ ਨੂੰ ਝੋਰਾ ਲੱਗਿਆ ਰਹਿੰਦਾ ਸੀ ਤਾਂ ਬਸ ਆਪਣੇ ਪੁੱਤਰ ਨਾਲ ਵਿਛੋੜੇ ਦਾ। ਉਧਰ ਪੁੱਤਰ ਵੀ ਮਾਂ ਵਿਛੋੜੇ ਵਿੱਚ ਸਾਰਾ ਦਿਨ ਰੋਂਦਾ ਰਹਿੰਦਾ ਸੀ। ਗੋਰਿਆਂ ਨੇ ਉਸਦੇ ਚਾਰੇ ਪਾਸੇ ਇਹੋ ਜਿਹਾ ਵਾਤਾਵਰਣ ਸਿਰਜ ਦਿੱਤਾ ਸੀ ਕਿ ਹੌਲੀ-ਹੌਲੀ ਉਹ ਰਾਜਪਾਟ ਤੋਂ ਦੂਰ ਆਪਣੀ ਮਾਂ ਨੂੰ ਵੀ ਭੁੱਲ ਜਾਵੇ। ਡਾਕਟਰ ਲੋਗਨ ਦੀ ਕਮਾਂਡ ਹੇਠ ਮਨੋਵਿਗਿਆਨ ਦੇ ਐਕਸਪਰਟਾਂ ਦੀ ਇੱਕ ਪੂਰੀ ਟੀਮ ਇਸ ਕੰਮ ਵਿੱਚ ਲਾ ਦਿੱਤੀ ਗਈ ਸੀ। ਆਖਰ 10 ਸਾਲ ਦੇ ਬੱਚੇ ਨੂੰ ਕਿੰਨੀ ਕੁ ਸਮਝ ਹੁੰਦੀ ਹੈ। ਹੌਲੀ-ਹੌਲੀ ਉਸ ਨੂੰ ਇੰਡੀਅਨ ਤੋਂ ਯੂਰੋਪੀਅਨ ਤੇ ਸਿੱਖ ਤੋਂ ਈਸਾਈ ਬਣਾ ਦਿੱਤਾ ਗਿਆ। ਉਸ ਦੇ ਕੇਸ ਕਤਲ ਕਰਕੇ ਸੋਨੇ ਦੇ ਬਕਸੇ ਵਿੱਚ ਲੰਡਨ ਕੁਈਨ ਵਿਕਟੋਰੀਆ ਨੂੰ ਤੋਹਫੇ ਵਜੋਂ ਭੇਜੇ ਗਏ। ਉਧਰ ਪੰਜਾਬ 'ਚ ਵੀ ਅੰਗਰੇਜ਼ਾਂ ਨੇ ਆਪਣੀ ਕਾਰਵਾਈ ਜਾਰੀ ਰੱਖੀ। ਥਰਡ ਮੂਵ, ਮਹਾਰਾਣੀ ਨੂੰ ਸ਼ੇਖੋਪੁਰਾ ਦੇ ਕਿਲੇ 'ਚੋਂ ਕੱਢ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਬਨਾਰਸ ਦੇ ਚੁਨਾਰ ਫੋਰਟ ਵਿੱਚ ਤੇ ਫਿਰ ਕੁਝ ਮਹੀਨੇ ਬਾਅਦ ਮਿਰਜ਼ਾਪੁਰ ਜੇਲ੍ਹ ਭੇਜ ਦਿੱਤਾ ਗਿਆ। ਵਾਰ-ਵਾਰ ਥਾਵਾਂ ਬਦਲ ਕੇ ਇਹ ਸੁਨਿਸ਼ਚਿਤ ਕਰ ਲਿਆ ਗਿਆ ਕਿ ਪੰਜਾਬ ਨਾਲ ਮਹਾਰਾਣੀ ਦੇ ਸਾਰੇ ਗੁਪਤ ਸੰਪਰਕ ਟੁੱਟ ਜਾਣ। ਪੈਨਸ਼ਨ ਵੀ 1.5 ਲੱਖ ਤੋਂ ਘਟਾ ਕੇ 48,000 ਤੇ ਫਿਰ ਮਸਾਂ 10,000 ਹੀ ਰਹਿ ਗਈ। 16 ਤੋਂ ਬਸ ਹੁਣ ਮਹਾਰਾਣੀ ਕੋਲ ਇੱਕੋ ਗੋਲੀ ਸ਼ਾਨੋ ਹੀ ਰਹਿ ਗਈ ਸੀ, ਜੋ ਉਸ ਦੀ ਬਚਪਨ ਦੀ ਸਾਥੀ ਸੀ। ਦੋਵੇਂ ਇਕੱਠੀਆਂ ਜੰਮੀਆਂ, ਪਲੀਆਂ, ਖੇਡੀਆਂ ਤੇ ਪੜੀਆਂ। ਪਰ ਕਿਸਮਤ ਨੇ ਇੱਕ ਨੂੰ ਮਹਾਰਾਣੀ ਬਣਾ ਦਿੱਤਾ, ਪਰ ਉਸਨੇ ਦੂਜੀ ਦਾ ਸਾਥ ਨਹੀਂ ਛੱਡਿਆ। ਉਸ ਨੂੰ ਪਰਿਵਾਰ ਸਮੇਤ ਆਪਣੇ ਨਾਲ ਹੀ ਲੈ ਆਈ ਤੇ ਪਰਿਵਾਰ ਨੂੰ ਸ਼ਾਹੀ ਨੌਕਰਾਂ ਵਿੱਚ ਭਰਤੀ ਕਰਵਾ ਦਿੱਤਾ। ਅੱਜ ਪੁੱਤਰ ਤੋਂ ਵਿਛੜੇ 1 ਸਾਲ ਤੋਂ ਵੀ ਵੱਧ ਹੋ ਗਿਆ ਹੈ। ਆਖਰ ਸਬਰ ਨੂੰ ਕਿੰਨਾ ਕੁ ਚਿਰ ਬੰਨ ਲੱਗਦਾ। ਮਹਾਰਾਣੀ ਸਾਰਾ ਦਿਨ ਪੁੱਤਰ ਵਿਯੋਗ ਵਿੱਚ ਰੋਂਦੀ ਰਹਿੰਦੀ। ਸ਼ਾਨੋ ਤੋਂ ਇਹ ਦੁੱਖ ਵੇਖਿਆ ਨਾ ਜਾਂਦਾ। ਗੋਰੇ ਮਹਾਰਾਣੀ ਤੋਂ ਇੰਨਾ ਡਰਦੇ ਸਨ ਕਿ ਜਿੰਦਾ ਨੂੰ ਆਪਣੇ ਕਮਰੇ 'ਚੋਂ ਵੀ ਨਿਕਲਣ ਦੀ ਇਜਾਜ਼ਤ ਨਹੀਂ ਸੀ। ਪਹਿਰੇਦਾਰ ਨੂੰ ਇਹ ਸਖਤ ਹੁਕਮ ਸੀ ਕਿ ਬਸ ਉਹ ਸਵੇਰੇ ਇੱਕ ਵਾਰ 3 ਕੁ ਇੰਚ ਚੌੜੀ ਖਿੜਕੀ ਨੂੰ ਖੋਲ ਕੇ ਆਵਾਜ਼ ਸੁਣ ਕੇ ਕਨਫਰਮ ਕਰ ਲੇ ਕਿ ਮਹਾਰਾਣੀ ਅੰਦਰ ਹੀ ਹੈ। ਜਿੰਦਾ ਦੇ ਹਾਲ ਸ਼ਾਨੋ ਤੋਂ ਬਰਦਾਸ਼ਤ ਨਾ ਹੁੰਦੇ। ਕਹਿਣ ਲੱਗੀ ਕਿ ਮਹਾਰਾਣੀ, ਮੈਥੋਂ ਤੁਹਾਡਾ ਦੁੱਖ ਵੇਖਿਆ ਨਹੀਂ ਜਾਂਦਾ। ਜੇ ਮੈਂ ਕਿਸੇ ਵੀ ਤਰ੍ਹਾਂ ਤੁਹਾਡਾ ਦੁੱਖ ਥੋੜਾ ਜਿਹਾ ਵੀ ਹੌਲਾ ਕਰ ਸਕਾਂ ਤਾਂ ਮੈਨੂੰ ਜ਼ਰੂਰ ਦੱਸਿਓ। ਮਹਾਰਾਣੀ ਕਹਿਣ ਲੱਗੀ ਕਿ ਸ਼ਾਨੋ, ਰਸਤਾ ਤਾਂ ਹੈ, ਪਰ ਫਿਰ ਮੇਰੇ ਨਾਲ ਤੇਰੇ ਵੀ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਜਾਊਗੀ। ਜਦ ਵਾਰ-ਵਾਰ ਟੋਣ ਤੇ ਵੀ ਸ਼ਾਨੋ ਪਿੱਛੇ ਨਾ ਹਟੀ ਤਾਂ ਮਹਾਰਾਣੀ ਨੇ ਜੁਗਤ ਨੂੰ ਅੰਜਾਮ ਦਿੱਤਾ।